ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਸਾਨੂੰ ਦੇਖ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਬੀਤੀ ਕੱਲ ਦੇਖਿਆ ਕਿ ਲੰਡਨ ਦੇ ਵਿੱਚ ਵੀਸਾ-ਵੀ ਰੈਫਰੈਂਡਮ ਨੂੰ ਮੁੱਖ ਰੱਖਦਿਆਂ ਹੋਇਆਂ ਲੰਡਨ ਡੈਕਲੇਰੇਸ਼ਨ ਜਿਹਦਾ ਆਗਾਜ਼ ਸਿੱਖਸ ਫॉर ਜਸਟਿਸ ਵੱਲੋਂ ਕੀਤਾ ਗਿਆ। ਸੋ ਲੰਡਨ ਡੈਕਲੇਰੇਸ਼ਨ ਉੱਥੇ ਟ੍ਰਫਾਲਗਰ ਸਕੁਆਇਰ ਦੇ ਵਿੱਚ ਹੋਈ ਹੈ, ਜਿਹਨੂੰ ਵਾਈਡਲੀ ਦੁਨੀਆ ਭਰ ਦੇ ਵਿੱਚ ਸਿੱਖਾਂ ਵੱਲੋਂ ਵਾਚ ਕੀਤਾ ਗਿਆ ਤੇ ਇਹਦੇ ਤੇ ਵੱਖੋ ਵੱਖਰੇ ਤਰ੍ਹਾਂ ਦੇ ਪ੍ਰਤੀਕਰਮ ਨੇ ਉਹ ਸਾਹਮਣੇ ਆਏ ਨੇ ਹਰ ਇੱਕ ਫੀਲਡ ਦੇ ਵਿੱਚੋਂ। ਜਿੱਥੇ ਆਮ ਸਿੱਖ ਸੰਗਤਾਂ ਦੇ ਵਿੱਚ ਇਹਦੀ ਸਪੋਰਟ ਦੇਖਣ ਨੂੰ ਮਿਲੀ ਹੈ, ਉੱਥੇ ਹੀ ਭਾਰਤ ਦੇ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਇੱਕ ਪੋਲੀਟਿਕਸ ਦੇ ਵਿੱਚ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਹੋਰ ਕਾਂਗਰਸ ਦੇ ਲੀਡਰ ਹੋਣ ਜਾਂ ਅਦਰਵਾਈਜ਼ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਹਾਂ ਜਿਹੜੇ ਲੋਕ ਇੰਡੀਆ ਨੂੰ ਸਪੋਰਟ ਕਰਦੇ ਆ ਜਾਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਬਿਲੀਵ ਰੱਖਦੇ ਆ, ਉਹਨਾਂ ਵੱਲੋਂ ਇਹਦੀ ਕਾਫੀ ਵਿਰੋਧਤਾ ਵੀ ਜਿਹੜੀ ਹੈ ਉਹ ਕੀਤੀ ਗਈ ਹੈ। ਸੋ ਅੱਜ ਅਸੀਂ ਇਸੇ ਦੇ ਬਾਬਤ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਰੈਲੀ ਹੋਈ ਹੈ ਟ੍ਰਫਾਲਗਰ ਸਕੁਆਇਰ ਦੇ ਵਿੱਚ, ਇਹਦਾ ਮੋਟਿਵ ਕੀ ਸੀ, ਇਹਦਾ ਮਕਸਦ ਕੀ ਸੀ, ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਦਾਂ ਦੇ ਪ੍ਰਤੀਕਰਮ ਅੱਜ ਸਾਡੇ ਸਾਹਮਣੇ ਆ ਰਹੇ ਨੇ ਜਾਂ ਆਏ ਨੇ, ਉਹਦੇ ਤੇ ਸਿੱਖਸ ਫॉर ਜਸਟਿਸ ਦਾ ਕੀ ਸਟੈਂਡ ਹੈਗਾ। ਇਸ ਸਾਰੇ ਪਾਰਟ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ UK ਤੋਂ ਸਿੱਖਸ ਫॉर ਜਸਟਿਸ ਦੇ ਜਿਹੜੇ ਉੱਗੇ ਆਗੂ ਨੇ ਸਰਦਾਰ ਦੁਪਿੰਦਰਜੀਤ ਸਿੰਘ, ਉਹ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਦੁਪਿੰਦਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੁਪਿੰਦਰਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਜਿਹੜੀ ਇਹ ਰੈਲੀ ਹੈਗੀ ਹੈ, ਹਾਲਾਂਕਿ ਰੈਲੀ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਵੇਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ, ਉਹ ਆਪ ਆਪਣੇ ਮੂੰਹੋਂ ਆਪਣੀ ਜਿਹੜੀ ਸਕਸੈਸ ਹੈਗੀ ਹੈ ਰੈਲੀ ਦੀ ਉਹ ਬੋਲਦੀ ਹੈ, ਬਟ ਫਿਰ ਵੀ ਜਿਵੇਂ ਰੈਲੀ ਦਾ ਮਕਸਦ ਸੀ, ਜਿਹੜਾ ਐਲਾਨਨਾਮਾ ਸੀ, ਇਸ ਬਾਬਤ ਜਿਹੜੀਆਂ ਤੁਹਾਡੀਆਂ ਹੋਪ ਸੀਗੀਆਂ ਉਹਨੂੰ ਤੁਸੀਂ ਕਿਵੇਂ ਬਿਆਨ ਕਰੋਗੇ ਤੇ ਕੀ ਜਿਹੜੀ ਰੈਲੀ ਹੈਗੀ ਹੈ, ਜਿਵੇਂ ਇੰਡੀਅਨ ਮੀਡੀਆ ਵੱਲੋਂ ਇਹ ਰੈਲੀ ਅਸਫਲ ਦੱਸੀ ਜਾ ਰਹੀ ਹੈ, ਤੁਹਾਡੇ ਸ਼ਬਦਾਂ ਦੇ ਵਿੱਚ ਰੈਲੀ ਕਿਵੇਂ ਦੀ ਸੀ? ਜੀ ਭਾਈ ਸਾਹਿਬ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਰੈਲੀ ਬੜੀ ਸਕਸੈਸਫੁਲ ਰਹੀ ਹੈ, ਔਰ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿ ਆਪ ਜੀ ਨੇ ਮੈਨੂੰ ਲਾਈਨ ਤੇ ਲਿਆ ਔਰ ਇਹ ਜਿਹੜੀ ਇਨਫੋਰਮੇਸ਼ਨ ਹੈ ਇਹਦੇ ਨਾਲ ਸੰਬੰਧਿਤ ਉਸ ਨੂੰ ਪੂਰੀ ਦੁਨੀਆ ਦੇ ਅੱਗੇ ਰੱਖਣ ਦਾ ਮੌਕਾ ਦਿੱਤਾ ਜੀ। ਔਰ ਜਿਹੜੀ ਲੰਡਨ ਦੇ ਵਿੱਚ ਰੈਲੀ ਹੋਈ ਆ, ਤਕਰੀਬਨ ਰੈਲੀ ਦੇ ਵਿੱਚ ਜਿਹੜੇ ਆંકੜੇ ਅਜੇ ਪ੍ਰੋਪਰ ਆંકੜੇ ਨਹੀਂ ਆ ਸਕੇ, ਪਰ ਤਕਰੀਬਨ ਜਿਹੜੇ ਮੀਡੀਆ ਵੀ ਕਹਿ ਰਿਹਾ ਔਰ ਜੋ ਟ੍ਰਫਾਲਗਰ ਸਕੁਆਇਰ ਦੀ ਕੁਆਂਟੀਟੀ ਦੇ ਮੁਤਾਬਕ ਤਕਰੀਬਨ 10,000 ਪਲੱਸ ਦਾ ਜਿਹੜਾ ਇਕੱਠ ਹੈ, ਇਹ ਇੱਕ ਬਹੁਤ ਵੱਡਾ ਇਕੱਠ ਸੀ ਜੋ ਸ਼ਾਇਦ ਬੜੀਆਂ ਮੁੱਦਤਾਂ ਤੋਂ ਬਾਅਦ ਮੈਂ ਕਹਿ ਸਕਦਾ ਕਿ ਕਈ ਦਰਜਨਾਂ ਸਾਲਾਂ ਤੋਂ ਬਾਅਦ ਇਹ ਜਿਹੜਾ ਇਕੱਠ ਆ ਟ੍ਰਫਾਲਗਰ ਸਕੁਆਇਰ ਦੇ ਵਿਖੇ ਵੇਖਣ ਨੂੰ ਮਿਲਿਆ। ਉਹ ਇਹ ਕਾਫੀ ਵੱਡਾ ਇਕੱਠ ਸੀ ਔਰ ਅਸੀਂ ਇਹ ਸਮਝਦੇ ਹਾਂ ਕਿ ਬਿਲਕੁਲ ਇੱਕ ਜਿਹੜੀ ਆ ਡੈਕਲੇਰੇਸ਼ਨ 2020 ਰੈਫਰੈਂਡਮ ਦਾ ਐਲਾਨਨਾਮਾ ਜਿਹੜਾ ਆ ਉਹ ਬਿਲਕੁਲ ਸਫਲ ਰਿਹਾ। ਔਰ ਭਾਰਤੀ ਜਿਹੜੀਆਂ ਏਜੰਸੀਆਂ ਨੇ ਔਰ ਜੋ ਭਾਰਤੀ ਮੀਡੀਆ ਹੈ, ਉਹ ਆਪ ਜੀ ਨੂੰ ਵੀ ਪਤਾ ਹੈ, ਉਹ ਹਮੇਸ਼ਾ ਹੀ ਇੱਕ ਤਰਫਾ ਰਿਹਾ ਆ ਪਹਿਲੇ ਦਿਨ ਤੋਂ ਹੀ। ਚਾਹੇ ਉਹ 84 ਦਾ ਨਵੰਬਰ ਕਤਲੇਆਮ ਹੋਵੇ ਤਾਂ ਵੀ ਉਹਨਾਂ ਨੇ ਭਾਰਤ ਦਾ ਹੀ ਪੱਖ ਪੂਰਿਆ। ਉਹਨਾਂ ਦੇ ਕਹਿਣ ਮੁਤਾਬਕ ਤਾਂ ਇਹ ਬਿਲਕੁਲ ਫਲॉप ਹੈ ਔਰ ਕਈ ਉੱਥੋਂ ਦੇ ਜਿਹੜੇ ਭਾਰਤੀ ਲੀਡਰ ਨੇ ਜਾਂ ਉਹਨਾਂ ਦੇ ਮੈਂ ਕਹਿ ਸਕਦਾ ਕਿ ਜ਼ਿਆਦਾ ਮੈਂ ਉਸ ਤਰ੍ਹਾਂ ਦੀ ਸ਼ਬਦਾਵਲੀ ਵੀ ਨਹੀਂ ਵਰਤਣੀ ਚਾਹੁੰਦਾ। ਮੈਂ ਕਹਿ ਸਕਦਾ ਕਿ ਜਿਹੜੇ ਉਸ ਤਰਫੇ ਲੋਕ ਨੇ ਉਹ ਬਿਲਕੁਲ ਪਹਿਲਾਂ ਤੋਂ ਹੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਆਏ ਨੇ ਔਰ ਇਹ ਠਾਠਾ ਮਾਰਦਾ ਇਕੱਠ ਤਕਰੀਬਨ ਸਾਰੇ ਜਿਹੜਾ ਮੀਡੀਆ ਆ ਉਹਨਾਂ ਨੇ ਦਿਖਾਇਆ ਵੀ ਹੈ। ਸਿੱਖ ਚੈਨਲ ਤੇ ਵੀ ਪ੍ਰਸਾਰਿਤ ਕੀਤਾ ਗਿਆ ਔਰ ਅਕਾਲ ਚੈਨਲ ਤੇ ਵੀ ਪ੍ਰਸਾਰਿਤ ਕੀਤਾ ਗਿਆ, KTV ਤੇ ਵੀ ਪ੍ਰਸਾਰਿਤ ਕੀਤਾ ਗਿਆ। ਸੋ ਮੈਨੂੰ ਨਹੀਂ ਲੱਗਦਾ ਕਿ ਇੱਥੇ ਮੈਨੂੰ ਇਸ ਇਕੱਠ ਬਾਰੇ ਕੋਈ ਹੋਰ ਜ਼ਿਆਦਾ ਡੀਟੇਲ ਦੇ ਵਿੱਚ ਜਿਹੜੀਆਂ ਸੰਗਤਾਂ ਨੂੰ ਦੱਸਣ ਦੀ ਲੋੜ ਹੈ, ਕਿਉਂਕਿ ਉਹ ਆਪ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਨੇ ਕਿ ਉਹ ਇਕੱਠ ਕਿਹੋ ਜਿਹਾ ਇਕੱਠ ਸੀ। ਜੀ ਦੁਪਿੰਦਰਜੀਤ ਸਿੰਘ ਜੀ, ਜੇ ਇਕੱਠ ਦੀ ਗੱਲ ਕਰਨੀ ਹੋਵੇ ਤੇ ਦੂਜੇ ਪਾਸੇ ਜਿਵੇਂ ਕਿ ਪਹਿਲਾਂ ਐਲਾਨ ਵੀ ਕੀਤਾ ਗਿਆ ਸੀ ਕਿ ਭਾਰਤ ਦਾ ਜਿਹੜਾ ਇੰਡੀਪੈਂਡੈਂਸ ਡੇ ਹੈਗਾ ਉਹਦੀ ਸੈਲੀਬ੍ਰੇਸ਼ਨ ਦੇ ਲਈ ਇੰਡੀਅਨ ਕਲਚਰ ਨੂੰ ਸੈਲੀਬ੍ਰੇਟ ਕਰਦਿਆਂ ਇਹਦੇ ਵਿਰੋਧ ਦੇ ਵਿੱਚ ਜਿਹੜੀ ਹੈਗੀ ਹੈ ਰੈਲੀ ਰੱਖੀ ਜਾਵੇਗੀ। ਉਹ ਰੈਲੀ ਹੋਈ ਵੀ ਹੈ ਤੇ ਉਹਦੇ ਵਿੱਚ
ਜਿਹੜੇ ਬੰਦੇ ਹੈਗੇ ਆ ਉਹਨਾਂ ਨੇ ਸ਼ਮੂਲੀਅਤ ਵੀ ਕੀਤੀ ਹੈ, ਉਸ ਬਾਬਤ ਕੀ ਕਹਿਣਾ ਚਾਹੋਗੇ? ਜਿੱਥੇ ਉਹਦੇ ਤੇ ਇੱਕ ਥਾਵਾਂ ਤੇ ਸਿੱਖਾਂ ਵੱਲੋਂ ਇੱਕ ਪ੍ਰੋਟੈਸਟ ਵੀ ਕੀਤਾ ਗਿਆ, ਪ੍ਰੋਟੈਸਟ ਦਰਜ ਵੀ ਕਰਵਾਇਆ ਗਿਆ, ਕੇਸ ਰਜਿਸਟਰ ਕਰਨ ਦੀ ਵੀ ਗੱਲ ਹੈਗੀ ਹੈ, ਤੇ ਇੰਡੀਅਨ ਮੀਡੀਆ ਦੇ ਵਿੱਚ ਇਹ ਗੱਲ ਬਾਰ-ਬਾਰ ਦੁਹਰਾਈ ਵੀ ਜਾ ਰਹੀ ਹੈ ਵੀ ਇੱਕ ਵਿਰੋਧ ਦੇ ਵਿੱਚ ਜਿਹੜੀ ਰੈਲੀ ਰੱਖੀ ਗਈ ਸੀ ਉਹਦੇ ਵਿੱਚ ਕਾਫੀ ਭਰਵਾਂ ਇਕੱਠ ਹੋਇਆ। ਦੇਖੋ ਵੀਰ ਜੀ, ਇਸ ਨੂੰ ਦੇਖਣ ਦੇ ਵੀ ਦੋ ਨਜ਼ਰੀਏ ਨੇ। ਮੈਂ ਸਮਝਦਾ ਕਿ ਉਹਨਾਂ ਨੇ ਤਕਰੀਬਨ 50-60 ਬੰਦਿਆਂ ਦਾ ਇੱਕ ਗਰੁੱਪ ਆਇਆ ਸੀ, ਜਿਹੜਾ ਕਿ ਟ੍ਰਫਾਲਗਰ ਸਕੁਆਇਰ ਦੀ ਜਿਹੜੀ ਨੈਸ਼ਨਲ ਆਰਟ ਗੈਲਰੀ ਆ ਉਸ ਸਾਈਡ ਵੱਲ ਸੀਗੇ। ਉਹ 50-60 ਬੰਦਿਆਂ ਦਾ ਗਰੁੱਪ ਜੀ, ਤੇ ਉਹਨਾਂ ਨੇ ਆਪਣੇ ਡਰਮ ਵਗੈਰਾ ਲਿਆਂਦੇ ਸੀ ਤੇ ਉੱਥੇ ਪ੍ਰੋਟੈਸਟ ਕਰ ਰਹੇ ਸੀ। ਹੁਣ ਉਹ ਜਿਹੜਾ ਪ੍ਰੋਟੈਸਟ ਕਰ ਰਹੇ ਸੀ ਉਹ ਸਾਡੇ ਪ੍ਰੋਟੈਸਟ ਤੋਂ ਤਕਰੀਬਨ 1 ਘੰਟਾ ਪਹਿਲਾਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਜਦੋਂ ਸਾਡੇ ਇੱਥੇ ਆਪਣੀ ਸੰਗਤ ਜਿਹੜੀ ਸਿੱਖ ਸੰਗਤ ਨੇ ਆਉਣਾ ਸ਼ੁਰੂ ਕੀਤਾ, ਉਸ ਸਮੇਂ ਉਹ ਪ੍ਰੋਟੈਸਟ ਕਰ ਰਹੇ ਸੀ ਜੀ। ਔਰ ਦੇਖੋ, ਜਿਹੜਾ ਇਹ ਕਿਤੇ ਪਹਿਲੀ ਵਾਰ ਹੋ ਰਿਹਾ, ਅਸੀਂ ਹਮੇਸ਼ਾ ਹੀ ਆਪਣੇ ਨਾਲ ਹੋਏ ਧੱਕੇ ਖਿਲਾਫ ਭਾਰਤੀ ਅੰਬੈਸੀਆਂ ਦੇ ਮੂਹਰੇ ਪ੍ਰੋਟੈਸਟ ਕਰਦੇ ਰਹੇ ਆ। ਔਰ 15 ਅਗਸਤ ਹੋਵੇ, 26 ਜਨਵਰੀ ਹੋਵੇ, 6 ਜੂਨ ਹੋਵੇ, ਅਸੀਂ ਹਮੇਸ਼ਾ ਇਹਨਾਂ ਦੇ ਅੱਗੇ ਪ੍ਰੋਟੈਸਟ ਕਰਦੇ ਆ। ਪਰ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਸਿੱਖ ਆਪਣਾ ਜਿਹੜਾ ਰੈਫਰੈਂਡਮ ਦਾ ਐਲਾਨਨਾਮਾ ਜਿਹੜਾ ਕਰਨ ਜਾ ਰਹੇ ਸੀ, ਉਹਨਾਂ ਦੇ ਅੱਗੇ ਆਣ ਕੇ ਭਾਰਤੀ ਕਰਿੰਦਿਆਂ ਨੇ, ਜਿਹੜੇ ਮੈਂ ਕਹਿ ਸਕਦਾ ਕਿ ਏਦਾਂ ਮਹਿਸੂਸ ਹੋ ਰਿਹਾ ਸੀ ਉਹਨਾਂ ਦੀ ਗਿਣਤੀ ਦੇ ਮੁਤਾਬਕ ਸ਼ਾਇਦ ਇਹ ਦਿਹਾੜੀ ਤੇ ਲਿਆਂਦੇ ਗਏ ਨੇ ਜੀ। ਇਹ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਸਾਡੇ ਮੂਹਰੇ ਆਣ ਕੇ ਪ੍ਰੋਟੈਸਟ ਕੀਤਾ। ਸੋ ਮੈਂ ਇਹਨੂੰ ਇੱਕ ਪੋਜ਼ਿਟਿਵ ਜਿਹੜਾ ਆ ਨਜ਼ਰੀਏ ਨਾਲ ਦੇਖਦਾ ਕਿ ਸ਼ਾਇਦ ਭਾਰਤ ਦੀਆਂ ਜਿਹੜੀਆਂ ਆ ਉਸ ਤੰਤਰ ਦੀਆਂ, ਉਸ ਸਿਸਟਮ ਦੀਆਂ ਵਾਕਿਆ ਹੀ ਜੜ੍ਹਾਂ ਹਿੱਲ ਗਈਆਂ, ਜਿਹੜਾ ਉਹ ਮਜਬੂਰ ਹੋ ਗਏ ਸਾਡੇ ਅੱਗੇ ਪ੍ਰੋਟੈਸਟ ਕਰਨ ਦੇ ਲਈ ਜੀ। ਔਰ ਉਹ ਪ੍ਰੋਟੈਸਟ ਜਿਹੜਾ ਉਹਨਾਂ ਨੇ ਕੀਤਾ ਉਹਦੇ ਵਿੱਚ ਬਿਲਕੁਲ 50-60 ਬੰਦਿਆਂ ਦਾ ਗਰੁੱਪ ਸੀ ਔਰ ਇੱਥੇ 10,000 ਪਲੱਸ ਗਿਣਤੀ ਜਿਹੜੀ ਆ ਇੱਕ ਪਾਸੇ ਸੀ। ਤੇ ਉਹ ਜਦੋਂ ਸੰਗਤ ਉਹਨਾਂ ਨੇ ਦੇਖੀ ਕਿ ਠਾਠਾ ਮਾਰਦਾ ਇਕੱਠ ਆ, ਉੱਥੋਂ ਬਿਲਕੁਲ ਚੱਲਦੇ ਬਣੇ ਥੋੜੇ ਹੀ ਸਮੇਂ ਦੇ ਵਿੱਚ, ਕਿਉਂਕਿ ਖਾਲਸਾਈ ਜਿਹੜਾ ਜਾਹੋ ਜਲਾਲ ਆ, ਜਿਸ ਖਾਲਸੇ ਨੇ ਉਸ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਹੋਵੇ, ਉਹ ਲੋਕ ਕਿੰਨਾ ਕੁ ਚਿਰ ਖਾਲਸਾਈ ਜਾਹੋ ਜਲਾਲ ਦੇ ਮੂਹਰੇ ਟਿਕ ਸਕਦੇ ਨੇ। ਔਰ ਇਹਦਾ ਇੱਕ ਪਹਿਲੂ ਜਿਹੜਾ ਇਹ ਵੀ ਹੈ ਕਿ ਜਾਂ ਮੈਂ ਆਪਣਾ ਜਿਹੜਾ ਸਾਡਾ ਨਜ਼ਰੀਆ ਉਹ ਇਹ ਹੈ ਕਿ ਸਿੱਖਾਂ ਨੇ ਹਮੇਸ਼ਾ ਆਪਣੇ ਹੋਏ ਧੱਕੇ ਦੀ ਜਿਹੜੀ ਗੱਲ ਆ ਉਹ ਬਾਹਰ ਦੁਨੀਆ ਦੇ ਅੱਗੇ ਰੱਖੀ ਕਿ ਕਿਵੇਂ ਭਾਰਤ ਜਿਹੜਾ ਘੱਟ ਗਿਣਤੀਆਂ ਦਾ ਕਤਲੇਆਮ ਕਰਦਾ ਰਿਹਾ ਔਰ ਕਿਵੇਂ ਉਹ ਜਿਹੜਾ ਆ ਇੱਕ ਫਰੀडम ਆਫ ਸਪੀਚ ਜਿਹੜੀ ਆ ਉਹਦਾ ਗਲਾ ਕਿਵੇਂ ਘੁੱਟਦਾ। ਸੋ ਮੈਂ ਸਮਝਦਾ ਹੈ ਕਿ ਇਹ ਉਹਨਾਂ ਦਾ ਹੱਕ ਸੀ, ਉਹਨਾਂ ਦਾ ਪ੍ਰੋਟੈਸਟ ਕਰਨਾ ਹੱਕ ਬਣਦਾ। ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਉਹ ਚਲੇ ਗਏ। ਸਾਨੂੰ ਉਸ ਦੇ ਨਾਲ ਕੋਈ ਮਤਲਬ ਨਹੀਂ ਹੈ ਕਿ ਉੱਥੇ ਉਹ ਕਿਵੇਂ ਪ੍ਰੋਟੈਸਟ ਕੀਤਾ, ਉਹਨਾਂ ਦਾ ਅਧਿਕਾਰ ਸੀ, ਉਹਨਾਂ ਨੇ ਕੀਤਾ, ਸੋ ਉਹ ਆਪਣਾ ਕਰਕੇ ਚਲੇ ਗਏ। ਸੋ ਮੈਂ ਸਮਝਦਾ ਕਿ ਜਿੱਥੇ ਅਸੀਂ ਇਸ ਚੀਜ਼ ਦੇ ਧੱਕੇ ਦਾ ਸ਼ਿਕਾਰ ਹੋਏ ਆ, ਅਸੀਂ ਕਦੀ ਵੀ ਇੱਕ ਗੁਰਮਤ ਦੇ ਸਿਧਾਂਤ ਤੇ ਚੱਲਣ ਵਾਲੇ ਲੋਕ ਉਹ ਕਦੀ ਵੀ ਕਿਸੇ ਦਾ ਹੱਕ ਨਹੀਂ ਖੋ ਸਕਦੇ। ਬਾਕੀ ਜੋ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਉਹ ਸਾਰੀ ਦੁਨੀਆ ਜਾਣਦੀ ਹੈ। ਸੋ ਇਹ ਬਿਲਕੁਲ ਮੈਂ ਸਮਝਦਾ ਕਿ ਮੈਂ ਇਸ ਨੂੰ ਪੋਜ਼ਿਟਿਵ ਨਜ਼ਰੀਏ ਨਾਲ ਲੈਣਾ ਕਿ ਜਿਹੜਾ ਉਹ ਭਾਰਤੀ ਸਿਸਟਮ ਉਹ ਹਿੱਲ ਗਿਆ, ਉਹ ਇਸ ਹੱਦ ਤੱਕ ਹਿੱਲ ਚੁੱਕੇ ਆ ਕਿ ਉਹਨਾਂ ਨੂੰ ਸਾਡੇ ਮੂਹਰੇ ਆਣ ਕੇ ਪ੍ਰੋਟੈਸਟ ਕਰਨਾ ਪੈ ਗਿਆ। ਜੀ ਦਪਿੰਦਰਜੀਤ ਸਿੰਘ ਜੀ, ਜੇ ਲੰਡਨ ਐਲਾਨਨਾਮੇ ਬਾਰੇ ਗੱਲ ਕੀਤੀ ਜਾਵੇ, ਜਿਸ ਹਿਸਾਬ ਨਾਲ ਇਹਨਾਂ ਇਹ ਪ੍ਰਚਾਰਿਆ ਗਿਆ ਸੀ, ਵਿਰੋਧ ਭਾਰਤ ਸਰਕਾਰ ਵੱਲੋਂ ਇਹਦਾ ਕੀਤਾ ਗਿਆ ਸੀ, ਮੇਨਲੀ 3 ਜਿਹੜੇ ਮਤੇ ਹੈਗੇ ਆ ਉਹਨਾਂ ਤੇ ਆ ਕੇ ਗੱਲ ਮੁੱਕਦੀ ਹੈ। ਪਰ ਜੇ ਮਤਿਆਂ ਦੀ ਗੱਲ ਕਰਨੀ ਹੋਵੇ ਉਹਦੇ ਵਿੱਚ ਜੇ ਮੈਂ ਕਹਿਣਾ ਹੋਵੇ ਵੀ ਇੱਕ ਜਿਹੜੀ ਨਵੀਂ ਚੀਜ਼ ਸੀਗੀ ਉਹ ਇਹ ਸੀ ਵੀ ਨਵੰਬਰ 2020 ਦੇ ਵਿੱਚ ਜਿਹੜੀ ਹੈਗੀ ਹੈ ਰੈਫਰੈਂਡਮ ਕਰਵਾਉਣ ਦੀ, ਅਨਓਫੀਸ਼ੀਅਲ ਰੈਫਰੈਂਡਮ ਕਰਵਾਉਣ ਦੀ ਗੱਲ ਕੀਤੀ ਗਈ ਹੈ। ਅਦਰਵਾਈਜ਼ ਐਲਾਨਨਾਮੇ ਦੇ ਵਿੱਚ ਕੁਝ ਹੋਰ ਜਿਹੜਾ ਸੀ, ਕੁਝ ਖਾਸ ਜਾਂ ਕੁਝ ਟੈਂਜੀਬਲ ਨਹੀਂ ਦੇਖਣ ਨੂੰ ਮਿਲਿਆ। ਇਸ ਬਾਬਤ ਕੀ ਕਹਿਣਾ ਚਾਹੋਗੇ? ਜੀ, ਮੈਨੂੰ ਲੱਗਦਾ ਜਿਹੜਾ ਖਾਸ ਜਾਂ ਟੈਂਜੀਬਲ ਆ, ਇਸ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ ਕਿ ਜੇ ਅਸੀਂ ਮੁਕੰਮਲ ਆਜ਼ਾਦੀ ਦਾ ਐਲਾਨ ਕਰ ਦਿੱਤਾ, ਜਿਹੜਾ ਆ 2020 ਦੇ ਵਿੱਚ ਨਵੰਬਰ ਦੇ ਵਿੱਚ ਇਹ ਰੈਫਰੈਂਡਮ ਹੋਏਗਾ। ਮੈਨੂੰ ਲੱਗਦਾ ਪੂਰਨ ਆਜ਼ਾਦੀ ਦੇ ਐਲਾਨ ਤੋਂ ਸਿਵਾ ਹੋਰ ਕੁਝ ਪਿੱਛੇ ਰਹਿ ਵੀ ਨਹੀਂ ਜਾਂਦਾ ਕਿ ਅਸੀਂ ਐਕਸਪੈਕਟ ਕਰੀਏ, ਕਿਉਂਕਿ ਅਸੀਂ ਜਿਹੜਾ ਆ ਕਿਸੇ ਤੋਂ ਜਸਟਿਸ ਨਹੀਂ ਮੰਗਦੇ, ਕਿਉਂਕਿ ਨਾ ਤਾਂ ਉਸ ਸਿਸਟਮ ਨੇ ਤੁਹਾਨੂੰ ਪਹਿਲਾਂ ਜਸਟਿਸ ਦਿੱਤਾ ਨਾ ਦੇਣਾ। ਸੋ ਮੈਨੂੰ ਲੱਗਦਾ ਕਿ ਪੂਰਨ ਮੁਕੰਮਲ ਆਜ਼ਾਦੀ ਜਿਹੜੀ ਆ 2020 ਨਵੰਬਰ ਦੇ ਵਿੱਚ ਰੈਫਰੈਂਡਮ ਜਿਹੜਾ ਹੈ, ਕਿਉਂਕਿ ਜਿਹੜਾ ਦੇਖੋ ਐਲਾਨਨਾਮਾ ਸੀ ਨਾ ਉਹ ਪਹਿਲਾਂ ਹੀ ਕਲੀਅਰ ਸੀ ਕਿ 2020 ਜਿਹੜਾ
ਐਲਾਨਨਾਮਾ ਲੰਡਨ ਡੈਕਲੇਰੇਸ਼ਨ ਕਿ ਅਸੀਂ ਡਿਕਲੇਅਰ ਕਰਨ ਜਾ ਰਹੇ ਹਾਂ ਪੀਸ ਆਫ ਬੀ ਦਾ ਅਫੀਸ਼ੀਅਲ ਅਨਅਫੀਸ਼ੀਅਲ ਰੈਫਰੈਂਡਮ ਜਿਹੜਾ। ਸੋ ਇਸ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਅਸੀਂ ਜਿਹੜਾ ਇਹ ਅਫੀਸ਼ੀਅਲੀ ਦੁਨੀਆ ਦੇ ਸਾਹਮਣੇ ਜਿਹੜਾ ਨੌਨ ਬਾਈਂਡਿੰਗ ਰੈਫਰੈਂਡਮ ਹੈ ਇਹਦਾ ਐਲਾਨ ਕਰਨ ਜਾ ਰਹੇ ਹਾਂ। ਸੋ ਜਿਹੜਾ ਪੂਰਨ ਮੁਕੰਮਲ ਆਜ਼ਾਦੀ ਜਿਹੜੀ ਆ ਉਸ ਤੋਂ ਸੁਭਾਅ ਉਹਦੇ ਪਿੱਛੇ ਕੁਝ ਨਹੀਂ ਰਹਿ ਜਾਂਦਾ ਕਿ ਜੋ ਮੈਨੂੰ ਲੱਗਦਾ ਕਿ ਮੈਂ ਸਮਝਦਾ ਹਾਂ ਵੀ ਇਹਦੇ ਵਿੱਚ ਕੁਝ ਘਾਟ ਆ। ਮੈਨੂੰ ਨਹੀਂ ਲੱਗਦਾ ਕਿਉਂਕਿ ਜਦੋਂ ਇੱਕ ਮੁਕੰਮਲ ਆਜ਼ਾਦੀ ਦੀ ਹੀ ਗੱਲ ਕਰ ਦਿੱਤੀ ਤਾਂ ਉਸਦੇ ਪਿੱਛੇ ਕੁਝ ਰਹਿ ਜਾਂਦਾ। ਜੀ ਭਾਈ ਸਾਹਿਬ, ਜੇ ਗੱਲ ਹੁਣ ਇਹਦੇ ਤੇ ਜਿਹੜੇ ਪ੍ਰਤੀਕਰਮ ਆਏ ਆ, ਰਿਐਕਸ਼ਨਸ ਆਏ ਆ, ਉਹਨਾਂ ਦੀ ਕਰਨੀ ਹੋਵੇ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕਿ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ ਹੈਗੇ ਆ, ਉਹਨਾਂ ਨੇ ਇਹਦੇ ਤੇ ਰਿਐਕਟ ਕੀਤਾ। ਉਹਨਾਂ ਦਾ ਕਹਿਣਾ ਕਿ SFJ ਦੀ ਜਿਹੜੀ ਇਹ ਰੈਲੀ ਸੀ ਯੂਕੇ ਦੇ ਵਿੱਚ ਹੋਈ ਹੈ ਉਹਨੂੰ ਈਵਨ ਭਾਰਤ ਤੋਂ ਬਾਹਰ ਵੀ ਸਪੋਰਟ ਨਹੀਂ ਮਿਲੀ ਹੈਗੀ। ਜਿਵੇਂ ਦਾ ਘਟਨਾਕ੍ਰਮ ਉਹਨਾਂ ਨੇ ਬਿਆਨ ਕੀਤਾ ਹੈ ਜਾਂ ਜਿਵੇਂ ਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਉਹਦੇ ਤੋਂ ਤੁਸੀਂ ਵੀ ਭਲੀ ਭਾਂਤ ਜਾਣੂ ਹੋ। ਸੋ ਉਹਨਾਂ ਦੀ ਜਿਹੜੀ ਇਹ ਬਿਆਨ ਹੈਗਾ ਉਹਦੇ ਤੇ ਮੈਂ ਗੱਲ ਕਰਨੀ ਚਾਹੂੰਗਾ। ਉਹਨਾਂ ਦਾ ਕਹਿਣਾ ਕਿ ਇਹ ਜਸਟ ਇੱਕ ਮਨੀ ਮੇਕਿੰਗ ਟੈਕਟਿਕ ਹੈਗਾ ਤੇ ਉੱਥੇ ਜਿਵੇਂ ਪਾਕਿਸਤਾਨੀ ਤੇ ਕਸ਼ਮੀਰੀ ਆਗੂਆਂ ਦੀ ਜਿਹੜੀ ਸ਼ਮੂਲੀਅਤ ਸੀਗੀ ਇਸ ਰੈਲੀ ਦੇ ਵਿੱਚ ਉਹ ਵੀ ਦੱਸਦੀ ਹੈ ਕਿ ਇਹਦੇ ਪਿੱਛੇ ਸਿੱਧਾ ਜਿਹੜਾ ਹੈਗਾ ਉਹ ISI ਦਾ ਹੱਥ ਹੈ। ਸੋ ਇਹ ਜਿਹੜੀ ਐਕੁਇਜ਼ੀਸ਼ਨਸ ਕੈਪਟਨ ਅਮਰਿੰਦਰ ਸਿੰਘ ਨੇ ਲਾਈਆਂ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਵੀਰ ਜੀ, ਜਿਹੜੀ ਕੈਪਟਨ ਨੇ ਜਿਹੜੇ ਇਲਜ਼ਾਮ ਲਾਏ ਨੇ ਇਹ ਹੁਣ ਦਾ ਹੀ ਕੋਈ ਨਵੇਂ ਇਲਜ਼ਾਮ ਨਹੀਂ ਲਗਾਉਣ ਲੱਗੀ ਭਾਰਤੀ ਹਕੂਮਤ। ਇਹ ਬਹੁਤ ਪਹਿਲਾਂ ਤੋਂ ਲੱਗਦੇ ਆ ਰਹੇ ਨੇ, ਇਕੱਲਾ ਸਾਡੇ ਤੇ ਨਹੀਂ, ਉਹ ਤਾਂ ਹਰ ਇੱਕ ਉਸ ਬੰਦੇ ਦੇ ਇਲਜ਼ਾਮ ਲਗਾਉਂਦੇ ਨੇ ਜਿਹੜਾ ਫਰੀडम ਆਫ ਸਪੀਚ ਦੀ ਗੱਲ ਕਰਦਾ ਹੈ, ਚਾਹੇ ਉਹ ਕਸ਼ਮੀਰੀ ਹੋਵੇ, ਚਾਹੇ ਉਹ ਪੰਜਾਬੀ ਹੋਵੇ, ਚਾਹੇ ਉਹ ਅਸਾਮ ਦਾ ਹੋਵੇ, ਚਾਹੇ ਨਾਗਾਲੈਂਡ ਦਾ ਹੋਵੇ। ਸੋ ਭਾਰਤ ਵਿੱਚ ਜੇ ਕੁਝ ਮਾੜੀ ਮੋਟੀ ਵੀ ਹਿਲਜੁਲ ਹੋ ਜਾਵੇ ਤਾਂ ਵੀ ਉਹ ISI ਦਾ ਨਾਂ ਲਾਉਂਦੇ ਨੇ। ਅੱਗੇ ਸ਼ਾਇਦ ਤੁਸੀਂ ਇਸ ਘਟਨਾ ਤੋਂ ਵਾਕਿਫ ਹੋਣਾ, ਥੋੜਾ ਚਿਰ ਪਹਿਲਾਂ ਉੱਥੇ ਦਿੱਲੀ ਦੇ ਵਿੱਚ ਇੱਕ ਬਾਂਦਰ ਆ ਗਿਆ ਸੀ ਔਰ ਉਹਨਾਂ ਨੇ ਉਹ ਬਾਂਦਰ ਤੋਂ ਬੜੇ ਪਰੇਸ਼ਾਨ ਹੋ ਗਏ। ਇਹਨਾਂ ਨੇ ਕਈ ਉੱਥੇ ਪਾਠ ਪੂਜਾ ਵੀ ਕਰਵਾਏ ਔਰ ਕਈ ਜਿਹੜੇ ਇਹ ਹਾਸੋ ਹੀ ਨਹੀਂ ਗੱਲ ਇਹ ਹੈ ਕਿ ਉੱਥੇ ਦੇ ਕੁਝ ਮੀਡੀਆ ਨੇ ਵੀ ਕਹਿ ਦਿੱਤਾ ਕਿ ISI ਦੀ ਸ਼ਰਾਰਤ ਹੈ ਜੀ। ਤੋਂ ਇਹ ਜਿਹੜੇ ਇਲਜ਼ਾਮ ਆ ਇਹ ਬਿਲਕੁਲ ਇਹਨਾਂ ਦਾ ਸੰਗਤ ਜਿਹੜੀ ਆ ਬਾਖੂਬੀ ਜਾਣਦੀ ਹੈ ਔਰ ਜਿੱਥੇ ਕੈਪਟਨ ਕਹਿ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਇਹ ਬਿਲਕੁਲ ਫਲॉप ਹੋ ਗਿਆ, ਉਹ ਸਾਰੀ ਸੰਗਤ ਜਿਹੜੀ ਆ ਉਹ ਮੀਡੀਆ ਦੇ ਥਰੂ ਦੇਖ ਸਕਦੀ ਸੀ ਉਹ ਫਲॉप ਹੋਇਆ ਜਾਂ ਕੀ ਹੈ, ਉਹ ਸਾਰੀ ਸੰਗਤ ਦੇ ਸਾਹਮਣੇ ਆ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਨੂੰ ਦੁਹਰਾਉਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਜੋ ਚੀਜ਼ ਤੁਸੀਂ ਅੱਖੀਂ ਦੇਖਦੇ ਆ, ਕੰਨੀ ਸੁਣਦੇ ਆ, ਮੈਨੂੰ ਲੱਗਦਾ ਉਸ ਤੋਂ ਵੱਧ ਉਸ ਨੂੰ ਪ੍ਰਮਾਣ ਮੈਨੂੰ ਦੇਣ ਦੀ ਜ਼ਰੂਰਤ ਨਹੀਂ। ਬਾਕੀ ਕੈਪਟਨ ਹੋਣੀ ਤਾਂ ਪਹਿਲਾਂ ਵੀ ਬਹੁਤ ਇਲਜ਼ਾਮਬਾਜ਼ੀਆਂ ਲਾਉਂਦੇ ਨੇ, ਜਿਹੜੀ ਉਹਨਾਂ ਦੀ ਭਾਸ਼ਾ ਜਿਹੜੀ ਉਹ ਭੱਦੀ ਉਹ ਯੂਜ਼ ਕਰਦੇ ਨੇ, ਉਹ ਉਤੋਂ ਆਪ ਵੀ ਜਾਣੂ ਇੱਕ ਸਟੇਟ ਦਾ ਮਿਨਿਸਟਰ ਹੋਵੇ ਤੇ ਉਸਦੇ ਮੂੰਹ ਇਹ ਸ਼ਬਦ ਜਿਹੜੇ ਆ ਬਿਲਕੁਲ ਸੋਭਾ ਨਹੀਂ ਦਿੰਦੇ। ਸੋ ਮੈਂ ਸਮਝਦਾ ਕਿ ਜਿਹੜਾ ਕੈਪਟਨ ਹੈ ਇਹ ਉਹਦੀ ਮਜਬੂਰੀ ਸਮਝ ਲਓ ਜਾਂ ਤੁਸੀਂ ਇਹ ਕਹਿ ਲਵੋ ਕਿ ਉਹਦੇ ਜਿਹੜੀ ਅੰਦਰ ਸਿੱਖਾਂ ਪ੍ਰਤੀ ਜਿਹੜੀ ਪੁਰਾਣੀ ਪੁਰਖਿਆਂ ਦੀ ਭਰੀ ਹੋਈ ਜ਼ਹਿਰ ਆ ਉਹ ਸਾਹਮਣੇ ਆਉਂਦੀ ਹੈ। ਸੋ ਕੈਪਟਨ ਜਾਂ ਭਾਰਤੀ ਤੰਤਰ ਅਸੀਂ ਉਸ ਤੋਂ ਕੋਈ ਏਦਾਂ ਦੀ ਐਕਸਪੈਕਟੇਸ਼ਨ ਰੱਖਦੇ ਹੀ ਨਹੀਂ ਕਿ ਉਹ ਸਾਡੇ ਨਾਲ ਹਮਦਰਦੀ ਰੱਖਣ ਜਾਂ ਉਹ ਸੱਚ ਬੋਲਣ। ਜਿਹੜੀ ਅੱਜ ਚੀਜ਼ ਕੈਪਟਨ ਕਹਿ ਰਿਹਾ ਹੈ ਜਾਂ ਭਾਰਤੀ ਮੀਡੀਆ ਕਹਿ ਰਿਹਾ ਹੈ, ਜੇ ਸ਼ਾਇਦ ਇਹ ਇਮਾਨਦਾਰ ਹੁੰਦੇ, ਇਹਨਾਂ ਨੇ ਸ਼ਾਇਦ ਜੇ ਆਪਣੇ ਲੋਕਾਂ ਨੂੰ ਅਧਿਕਾਰ ਜਿਹੜੇ ਆ ਜਿਉਣ ਦੇ ਸਹੀ ਤਰੀਕਿਆਂ ਦੇ ਸਹੀ ਮਾਇਨਿਆਂ ਦੇ ਵਿੱਚ ਦਿੱਤੇ ਹੁੰਦੇ ਤਾਂ ਸ਼ਾਇਦ ਇਹ ਅੱਜ ਜਿਹੜੀਆਂ ਲੰਡਨ ਡੈਕਲੇਰੇਸ਼ਨ ਹੋ ਰਹੀਆਂ, ਜੋ ਕੁਛ ਅੱਜ ਕਸ਼ਮੀਰ 'ਚ ਹੋ ਰਿਹਾ, ਜੋ ਅਸਾਮ ਨਾਗਾਲੈਂਡ 'ਚ ਹੋ ਰਿਹਾ, ਇਹ ਸ਼ਾਇਦ ਕਦੀ ਨਾ ਹੁੰਦਾ ਜੀ। ਸੋ ਜਿਹੜੀ ਭਾਰਤੀ ਸਿਸਟਮ ਆ ਨਾ ਉਹਦੇ ਵਿੱਚ ਜਿਹੜੇ ਘੱਟ ਗਿਣਤੀਆਂ ਆ ਉਹਨਾਂ ਦਾ ਬਿਲਕੁਲ ਗਲਾ ਘੁੱਟਿਆ ਜਾ ਰਿਹਾ ਔਰ ਕੈਪਟਨ ਜਾਂ ਇਸ ਤਰ੍ਹਾਂ ਦੇ ਹੋਰ ਵੀ ਮਿਨਿਸਟਰ, ਇਕੱਲੇ ਕੈਪਟਨ ਦਾ ਨਹੀਂ, ਮਜੀਠੀਆ ਦਾ ਵੀ ਆਇਆ ਆ, ਦਲਜੀਤ ਚੀਮੇ ਦਾ ਵੀ ਆਇਆ ਆ। ਸੋ ਏਦਾਂ ਦੇ ਬਹੁਤ ਸਾਰੇ ਜਿਹੜੇ ਆ ਬੰਦੇ ਨੇ ਜਿਨ੍ਹਾਂ ਦੇ ਬਿਆਨ ਆਏ ਨੇ ਔਰ ਮੈਂ ਇਹਨਾਂ ਦੀਆਂ ਜਿਹੜੀਆਂ ਖਾਨਦਾਨੀ ਬੈਕਗਰਾਉਂਡ ਆ ਹੁਣ ਉਹਨਾਂ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਨਹੀਂ ਤਾਂ ਸ਼ੋਅ ਆਪਣਾ ਜਿਹੜਾ ਆ ਤੁਹਾਡਾ ਇਹ ਪ੍ਰੋਗਰਾਮ ਹੈ ਉਹ ਬਹੁਤ ਲੰਬਾ ਹੋ ਜਾਏਗਾ। ਇਹਦਾ ਕੋਈ ਹੋਰ ਕਿਤੇ ਵਿਸ਼ਾ ਜਿਹੜਾ ਜਾਂ ਸਮਾਂ ਚੁਣਿਆ ਜਾ ਸਕਦਾ ਹੈ ਜਿੱਥੇ ਤੁਸੀਂ ਇਹਨੂੰ ਹੋਰ ਜ਼ਿਆਦਾ ਐਕਸਪਲੋਰ ਕਰ ਸਕਦੇ ਆ। ਬਾਕੀ ਮੈਨੂੰ ਨਹੀਂ ਲੱਗਦਾ ਕਿ ਕੀ ਕਹਿੰਦੇ ਹੁੰਦੇ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਉਹ ਸਾਰੀ ਦੁਨੀਆ ਨੇ ਦੇਖੀ ਡੈਕਲੇਰੇਸ਼ਨ ਔਰ ਇਹ ਲੋਕ ਆਪ ਤੁਹਾਨੂੰ ਦੱਸਣਗੇ, ਸੰਗਤਾਂ ਆਪ ਤੁਹਾਨੂੰ ਕਹਿਣਗੀਆਂ ਕਿ ਇਹ ਫਲॉप ਸੀ ਜਾਂ ਇਹ ਪੂਰਨ ਸਕਸੈਸਫੁਲ ਜਿਹੜੀ ਇੱਕ ਰੈਲੀ ਜਿਹੜੀ ਆ ਸਿੱਖਾਂ ਦੀ ਆਜ਼ਾਦੀ ਦੀ
ਉਹ ਪੂਰਨ ਮੈਂ ਸਮਝਦਾ ਕਿ ਇੱਕ ਸਕਸੈਸ ਸੀ ਜੀ। ਦਵਿੰਦਰਜੀਤ ਸਿੰਘ ਜੀ, ਇਸੇ ਤਰ੍ਹਾਂ ਜਿਹੜੇ ਸੈਂਟਰਲ ਲੀਡਰ ਹੈਗੇ ਆ ਸੰਦੀਪ ਸੁਰਜੇਵਾਲਾ, ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜੀ ਇਹ ਰੈਲੀ ਹੋਈ ਹੈ ਇਹ ਪੰਜਾਬ ਦੇ ਵਿੱਚ ਮਿਲੀਟੈਂਸੀ ਦਾ ਜਿਹੜਾ ਪੀਰੀਅਡ ਸੀ ਉਹਨੂੰ ਦੁਬਾਰਾ ਰਿਵਾਈਵ ਕਰਨ ਦੀ ਇੱਕ ਚਾਲ ਹੈਗੀ ਆ। ਦੇਖੋ, ਜਿਹੜਾ ਉਹ ਪੀਰੀਅਡ ਸੀ, ਜੇ ਉਹ ਇਹ ਕਹਿੰਦੇ ਆ ਜੇ ਅਸੀਂ ਡੈਮੋਕ੍ਰੈਟਿਕ ਢੰਗ ਨਾਲ ਵੀ ਆਪਣੀ ਗੱਲ ਨਹੀਂ ਕਰ ਸਕਦੇ, ਪੀਸਫੁਲ ਤਰੀਕੇ ਨਾਲ ਵੀ ਅਸੀਂ ਦੁਨੀਆ ਦੇ ਸਾਹਮਣੇ ਗੱਲ ਨਹੀਂ ਰੱਖ ਸਕਦੇ, ਫਿਰ ਇਹਦਾ ਲੋਕ ਫੈਸਲਾ ਕਰਨ ਜਾਂ ਇੰਟਰਨੈਸ਼ਨਲ ਕਮਿਊਨਿਟੀ ਇਸ ਗੱਲ ਦਾ ਫੈਸਲਾ ਕਰੇ ਕਿ ਜੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕੋਈ ਸੰਸਥਾ ਜਾਂ ਕੁਝ ਲੋਕ ਗੱਲ ਕਰਨੀ ਚਾਹੁੰਦੇ ਆ, ਉਹਨਾਂ ਨੂੰ ਮਿਲੀਟੈਂਟ ਗਰੁੱਪ ਜਾਂ ਮਿਲੀਟੈਂਟ ਕਹਿ ਕੇ ਉਹਨਾਂ ਨੂੰ ਸਾਰੀ ਦੁਨੀਆ ਦੇ ਵਿੱਚ ਭੰਡਣ ਦੀ ਔਰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇੰਡੀਆ ਦੇ ਮਨਸੂਬੇ ਕੀ ਨੇ। ਚਾਹੇ ਸਿੱਖ ਇੱਕ ਡੈਮੋਕ੍ਰੈਟਿਕ ਲਹਿਰ ਵੀ ਬਣਾ ਕੇ ਆਪਣਾ ਹੱਕ ਮੰਗਣ, ਤਾਂ ਵੀ ਉਹਨਾਂ ਨੂੰ ਟੈਰਰਿਸਟ ਕਹਿ ਕੇ ਹੀ ਇਸ ਹਕੂਮਤ ਨੇ ਮਾਰਨਾ ਆ। ਇਸ ਤੋਂ ਵੱਡਾ ਪ੍ਰਤੱਖ ਹੋਰ ਸੰਗਤ ਨੂੰ, ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਕੀ ਚਾਹੀਦਾ ਕਿ ਤੁਹਾਡੇ ਨਾਲ ਇਹਨਾਂ ਨੇ ਹਮੇਸ਼ਾ ਹੀ ਧੱਕਾ ਕਰਨਾ। ਅੱਜ ਜੇ ਪੰਜਾਬੀ ਡੈਮੋਕ੍ਰੈਟਿਕ ਤਰੀਕੇ ਨਾਲ ਆਪਣੇ ਹੱਕ ਲੈਣ ਦੀ ਗੱਲ ਕਰ ਰਹੇ ਆ, ਆਪਣੀ ਆਜ਼ਾਦੀ ਦੀ ਗੱਲ ਕਰ ਰਹੇ ਆ, ਤਾਂ ਵੀ ਜੇ ਉਹਨਾਂ ਨੂੰ ਟੈਰਰਿਸਟ ਕਹਿਣਾ, ਤੇ ਇਹ ਹੁਣ ਇਹਦਾ ਫੈਸਲਾ ਪੰਜਾਬੀ ਆਪ ਕਰਨ ਕਿ ਹੁਣ ਉਹਨਾਂ ਨੇ ਭਾਰਤ ਦੇ ਨਾਲ ਰਹਿਣਾ ਆ ਜਾਂ ਨਹੀਂ ਰਹਿਣਾ। ਸੋ ਇਹ ਭਾਰਤ ਦੀ ਹਕੂਮਤ ਦਾ, ਭਾਰਤੀ ਸਿਸਟਮ ਦੀ ਇਸੇ ਦਰਿੰਦਗੀ ਦੇ ਕਾਰਨ ਅੱਜ ਅਸੀਂ ਮਜਬੂਰ ਆ ਜਿਹੜਾ ਆਪਣਾ ਪੁਰਾਣਾ ਫਸਿਆ ਹੋਇਆ ਰਾਜ ਸੀ, ਉਹ ਰਾਜ ਨੂੰ ਰੀਐਸਟੈਬਲਿਸ਼ ਜਿਹੜਾ ਕਰਨ ਲਈ ਅੱਜ ਸਾਨੂੰ ਮਜਬੂਰ ਹੋਣਾ ਪੈ ਗਿਆ। ਅਦਰਵਾਈਜ਼ ਸਾਡੇ ਪੁਰਖਿਆਂ ਨੇ ਤਾਂ 47 ਦੇ ਵਿੱਚ ਇਹਨਾਂ ਨਾਲ ਰਹਿਣਾ ਪਸੰਦ ਕੀਤਾ ਸੀ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀਆਂ 90% ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਉਹਨਾਂ ਨੂੰ ਆਹ ਸਿਲਾ ਦੇਣਾ। ਇਹਨਾਂ ਨੇ ਉਹਨਾਂ ਨੂੰ ਜਰਾਇਮ ਪੇਸ਼ਾ ਕੌਮ ਕਹਿਣਾ। ਉਹਨਾਂ ਨੇ 55 ਦੇ ਵਿੱਚ ਇਹਨਾਂ ਦੇ ਉੱਤੇ ਅਕਾਲ ਤਖਤ ਤੇ ਹਰਮੰਦਰ ਸਾਹਿਬ ਤੇ ਟੈਂਕ ਤੋਂ ਪੰਜ ਚਾੜਨੇ ਨੇ। ਉਹਨਾਂ ਨੇ 84 ਵਿੱਚ ਧੱਕਾ ਕੀਤਾ, ਇਹਨਾਂ ਨੇ ਲੁੱਟ ਕੇ ਸਾਡਾ ਪਾਣੀ ਸਾਰਾ ਪੀ ਲਿਆ। ਸੋ ਹੁਣ ਹੋਰ ਕੀ ਕਰਨ? ਹੁਣ ਤਾਂ ਉਹ ਤੁਹਾਡੀ ਡੈਮੋਕ੍ਰੈਟਿਕ ਲਹਿਰ ਨੂੰ ਵੀ ਇੱਕ ਮਿਲੀਟੈਂਸੀ ਕਹਿ ਰਹੇ ਆ ਕਿ ਇਹ ਜਿਹੜਾ ਇੱਥੇ ਮਿਲੀਟੈਂਸੀ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਸਮਝਦਾ ਇਸ ਤੋਂ ਵੱਧ ਹੋਰ ਤੁਹਾਨੂੰ ਕੁਝ ਨਹੀਂ ਚਾਹੀਦਾ ਕਿ ਤੁਸੀਂ ਆਪਣਾ ਆਜ਼ਾਦੀ ਦਾ ਫੈਸਲਾ ਕਰੋ। ਜੀ ਦਵਿੰਦਰਜੀਤ ਸਿੰਘ ਜੀ, ਜਦੋਂ ਰੈਲੀ ਹੋ ਰਹੀ ਸੀ, ਰੈਲੀ ਤੋਂ ਇੱਕ ਦਿਨ ਪਹਿਲਾਂ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਉਹਦੇ ਵੱਲੋਂ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਉਹਨਾਂ ਦੇ ਮਿਸ਼ਨਸ ਹੈਗੇ ਆ, ਉਹਨਾਂ ਨੂੰ ਇੱਕ ਤਾਕੀਦ ਕੀਤੀ ਗਈ ਸੀ ਕਿ ਜਿਹੜੀਆਂ ਇਹਨਾਂ ਦੀਆਂ ਗਤੀਵਿਧੀਆਂ ਹੈਗੀਆਂ ਨੇ ਦੁਨੀਆ ਦੇ ਵਿੱਚ ਕਿਤੇ ਵੀ ਹੁੰਦੀਆਂ ਨੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਰੈਲੀਜ਼ ਹੋਰ ਵੀ ਹੋਣਗੀਆਂ। ਇਹਨਾਂ ਨੂੰ ਫੰਡਿੰਗ ਕਿੱਥੋਂ ਹੁੰਦੀ ਹੈ ਉਹਦੇ ਤੇ ਨਜ਼ਰ ਰੱਖੀ ਜਾਵੇ ਤੇ ਫੋਰਨ ਗਵਰਨਮੈਂਟਸ ਨੂੰ ਇਤਲਾਹ ਕੀਤੀ ਜਾਵੇ ਕਿ ਇਹ ਜਿਹੜੀਆਂ ਵੱਖਵਾਦੀ ਕਾਰਵਾਈਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਇੰਡੀਆ ਦੇ ਖਿਲਾਫ। ਸੋ ਇਸ ਇਵੈਂਟ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਵੀ ਇੰਡੀਅਨ ਗਵਰਨਮੈਂਟ ਇਹਦੇ ਤੇ ਕੋਈ ਹੋਰ ਐਕਸ਼ਨ ਲਵੇਗੀ ਆਉਣ ਵਾਲੇ ਸਮੇਂ ਦੇ ਵਿੱਚ, ਤੇ ਜਿੱਦਾਂ ਦਾ ਇਹ ਐਕਟ ਕੀਤਾ ਗਿਆ, ਮਿਸ਼ਨਸ ਨੂੰ ਲਿਖਿਆ ਗਿਆ, ਇਹਦੇ ਤੇ ਸਿੱਖ ਕੌਮ ਦੀ ਜਾਂ ਸਿੱਖਸ ਫॉर ਜਸਟਿਸ ਦੀ ਜਿਹੜੀ ਹੈਗੀ ਹੈ ਉਹ ਕੀ ਜਵਾਬ ਹੋਊਗਾ? ਦੇਖੋ, ਜਿਹੜਾ ਇਹ ਫੰਡਿੰਗ ਦੇ ਇਲਜ਼ਾਮ ਇਹ ਪਹਿਲਾਂ ਤੋਂ ਲੱਗਦੇ ਆ ਰਹੇ ਨੇ ਔਰ ਸਿੱਖਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਹੈ। ਮੈਨੂੰ ਨਹੀਂ ਪਤਾ ਵੀਰ ਜੀ ਤੁਹਾਡੀ ਫੁੱਲ ਟਾਈਮ ਜੌਬ ਕੀ ਹੈ, ਪਰ ਮੈਂ ਤੁਹਾਨੂੰ ਆਪਣੀ ਜਾਂ ਕੁਝ ਸਿੱਖਾਂ ਦੀ ਐਗਜ਼ਾਮਪਲ ਦੇ ਸਕਦਾ। ਇੱਕ ਅਸੀਂ ਪ੍ਰੋਗਰਾਮ ਵੀ ਇਸ ਤੇ ਕੀਤਾ ਸੀ ਔਰ ਉਸ ਦੇ ਵਿੱਚ ਇੱਕ ਸਾਡੇ ਸੀਨੀਅਰ ਸੱਜਣਾ ਨੇ ਇਹ ਗੱਲ ਵੀ ਕਹੀ ਸੀ ਜੋ ਵਾਕਿਆ ਹੀ ਇੱਕ ਮੂੰਹ ਤੋੜਵਾ ਜਵਾਬ ਸੀ ਭਾਰਤੀ ਹਕੂਮਤ ਨੂੰ। ਜੇ ਅੱਜ ਕਹਿ ਰਹੇ ਆ ਕਿ ਇਹਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ ਆ, ਤੁਸੀਂ ਮੈਨੂੰ ਨਹੀਂ ਪਤਾ ਅਮਰੀਕਾ ਦੇ ਵਿੱਚ ਨਿਊਯਾਰਕ ਵਿੱਚ ਹੋ ਜਾਂ ਕਿੱਥੇ ਹੋ, ਅੱਜ ਅਗਰ ਤੁਸੀਂ ਸਾਡੇ ਗੁਰਦੁਆਰੇ ਦੇਖੋ 40-40, 50-50 ਮਿਲੀਅਨ ਦੇ ਸਾਡੇ ਗੁਰਦੁਆਰਿਆਂ ਦੀਆਂ ਇਮਾਰਤਾਂ ਨੇ। ਸੋ ਜੇ ਇੱਕ ਸਿੱਖ ਆਪਣੇ ਘਰ ਦੀ ਗੱਲ ਕਰੇ ਤੇ ਸਿੱਖਾਂ ਦੇ ਤਕਰੀਬਨ ਘਰ ਜਿਹੜੇ ਇੱਥੇ 1-1 ਮਿਲੀਅਨ ਡਾਲਰ ਦੇ ਘਰ ਨੇ, ਇੱਥੇ ਜਿਹੜੇ ਆ 9-9, 10-10 ਲੱਖ ਪਾਉਂਡ ਦੇ ਜਿਹੜੇ ਆ ਸਿੱਖਾਂ ਦੇ ਘਰ ਨੇ। ਔਰ ਜਿਹੜੀਆਂ ਸਿੱਖ ਇੱਥੇ ਕਾਰਾਂ ਗੱਡੀਆਂ ਚਲਾਉਂਦੇ ਨੇ, ਲੱਖ-ਲੱਖ ਡਾਲਰ ਦੀਆਂ ਉਹਨਾਂ ਦੀਆਂ ਕਾਰਾਂ ਨੇ। ਮੈਂ ਭਾਰਤ ਦੀ ਹਕੂਮਤ ਨੂੰ ਕਹਿਣਾ ਚਾਹੁੰਦਾ, ਜੇ ਅੱਜ 10 ਸਿੱਖ ਇਕੱਠੇ ਬੈਠੇ ਹੋਣ ਤੇ ਉਹਨਾਂ ਨੂੰ ਜੇ ਕਿਤੇ 500 ਮਿਲੀਅਨ ਦੀ ਲੋੜ ਪਵੇ, ਉਹ ਨੈਕਸਟ ਦੇ 500 ਮਿਲੀਅਨ ਜਿਹੜਾ ਆ ਟੇਬਲ ਦੇ ਉੱਤੇ ਪਿਆ ਹੋਏਗਾ। ਸੋ ਜੇ ਅਸੀਂ 40-40 ਮਿਲੀਅਨ ਦੇ ਗੁਰਦੁਆਰੇ ਉਸਾਰ ਸਕਦੇ ਆ, ਜੇ ਅਸੀਂ 1-1 ਲੱਖ ਦੀਆਂ ਗੱਡੀਆਂ ਵਿੱਚ ਘੁੰਮ ਸਕਦੇ ਆ, ਅਸੀਂ ਮਿਹਨਤ ਕਰਕੇ ਆਪਣੇ ਬਿਜ਼ਨਸ ਬਾਹਰ ਵਿਦੇਸ਼ਾਂ ਵਿੱਚ ਐਸਟੈਬਲਿਸ਼ ਕੀਤੇ, ਸਾਡੇ ਡਿਫੈਂਸ ਮਿਨਿਸਟਰ ਵਿਦੇਸ਼ਾਂ ਦੇ ਵਿੱਚ, ਸਾਡੇ ਬੜੇ ਕਾਰੋਬਾਰ ਵਿਦੇਸ਼ਾਂ ਦੇ ਵਿੱਚ, ਸਾਡੇ ਲਈ 1 ਮਿਲੀਅਨ 2 ਮਿਲੀਅਨ ਤੱਕ ਹੀ
ਸਾਡੇ ਲਈ 100 ਮਿਲੀਅਨ ਵੀ ਕੋਈ ਵੱਡੀ ਗੱਲ ਨਹੀਂ। ਇਸ ਹਕੂਮਤ ਨੂੰ ਸਮਝ ਲੈਣਾ ਚਾਹੀਦਾ। ਜਿਹੜੇ ਕਹਿੰਦੇ ਆ ISI, ਉਹਨਾਂ ਕੋਲ ਤਾਂ ਆਪਣਾ ਮੁਲਕ ਨਹੀਂ ਸਾਂਭਿਆ ਜਾਂਦਾ, ਉਹਨਾਂ ਨੇ ਸਾਨੂੰ ਕੀ ਫੰਡਿੰਗ ਦੇਣੀ ਆ। ਔਰ ਜੋ ਲੋਕ ਅਮਰੀਕਨ ਫੰਡਿੰਗ ਤੇ ਜਿਹੜੀਆਂ ਏਜੰਸੀਆਂ ਨਿਰਭਰ ਕਰਦੀਆਂ ਹੋਣ, ਉਹ ਸਾਨੂੰ ਕੀ ਦੇਣਗੀਆਂ। ਹੁਣ ਇਹ ਭਾਰਤੀ ਹਕੂਮਤ ਨੂੰ ਸਮਝਣਾ ਚਾਹੀਦਾ। ਔਰ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੂੰ ਇਹ ਭਰਮਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਤਰ੍ਹਾਂ ਦੇ ਇਲਜ਼ਾਮਬਾਜ਼ੀ ਲਗਾ ਕੇ ਫੰਡਿੰਗ ਦੀ, ISI ਦੀ, ਉਹਨਾਂ ਮੇਰੇ ਵੀਰਾਂ ਭੈਣਾਂ ਨੂੰ ਮੈਂ ਬੇਨਤੀ ਕਰਦਾ, ਤੁਸੀਂ ਮੈਨੂੰ ਇੱਕ ਗੱਲ ਸਮਝਾਓ ਕਿ ਜੇ ਤੁਸੀਂ 50,000 ਦੀ ਗੱਡੀ ਚਲਾ ਸਕਦੇ ਹੋ, ਤੁਸੀਂ 1.5 ਮਿਲੀਅਨ ਦੇ ਘਰਾਂ ਵਿੱਚ ਗੱਡੀ ਆਪਣੇ ਘਰਾਂ ਵਿੱਚ ਰਹਿ ਸਕਦੇ ਹੋ, ਜੇ ਅਸੀਂ 40 ਮਿਲੀਅਨ ਦੇ ਗੁਰਦੁਆਰੇ ਉਸਾਰ ਸਕਦੇ ਆ, ਸਾਡੇ ਲਈ 1 ਮਿਲੀਅਨ ਕੀ ਮਾਇਨਾ ਰਖਾਉਂਦਾ। ਵੀਰ ਜੀ ਇਹ ਬੜੀ ਕਾਮਨ ਸੈਂਸ ਹੈ। ਸੋ ਇਹ ਭਾਰਤੀ ਹਕੂਮਤ ਦੀ ਜਿਹੜੀ ਇਹ ਗੰਦਾ ਇਲਜ਼ਾਮ ਲਗਾਉਂਦੀ ਨਾ, ਇਸੇ ਕਰਕੇ ਸ਼ਾਇਦ ਉਸ ਦੇਸ਼ ਦੇ ਵਿੱਚ ਗਰੀਬੀ ਹਜੇ ਤਾਈਂ ਜਾਣ ਦਾ ਨਾਂ ਨਹੀਂ ਲੈ ਰਹੀ। ਅੱਧ ਦੀ ਉਸ ਮੁਲਕ ਦੇ ਵਿੱਚ ਕਰਪਸ਼ਨ ਹੈ, ਕਿਉਂਕਿ ਇਹਨਾਂ ਦੀ ਮਾਨਸਿਕਤਾ ਇਹੋ ਜਿਹੀ ਹੈ, ਜੋ ਇਹ ਕਰਦੇ ਨੇ ਉਹੀ ਸੋਚਦੇ ਨੇ ਦੂਸਰਾ ਵੀ ਕਰਦਾ ਹੈ। ਜੇ ਅੱਜ ਸਿੱਖਾਂ ਨੇ ਮਿਹਨਤ ਮੁਸ਼ੱਕਤ ਦਾ ਕਰਕੇ ਜੋ ਅਸੀਂ ਜ਼ੀਰੋ ਬੈਲੈਂਸ ਦੇ ਨਾਲ ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ ਆਏ ਸੀ, ਤੇ ਅੱਜ ਅਸੀਂ 1 ਮਿਲੀਅਨ ਦੇ ਘਰਾਂ 'ਚ ਬੈਠੇ ਆ, 50 ਮਿਲੀਅਨ ਦੇ ਗੁਰਦੁਆਰੇ ਉਸਾਰੇ ਨੇ। ਸੋ ਸਿੱਖ ਇੱਕ ਮਿਹਨਤੀ ਕੌਮ ਨੇ, ਪੰਜਾਬੀ ਸਾਰੇ ਮਿਹਨਤੀ ਨੇ। ਸੋ ਸਾਡੇ ਲਈ 1 ਮਿਲੀਅਨ, 2 ਮਿਲੀਅਨ, 3 ਮਿਲੀਅਨ ਸਾਡੇ ਲਈ ਕੋਈ ਮਾਇਨਾ ਨਹੀਂ ਰਖਾਉਂਦਾ। ਮੈਂ ਇਹ ਅੱਜ ਸਪਸ਼ਟ ਕਹਿਣਾ ਚਾਹੁੰਦਾ ਇਸ ਹਕੂਮਤ ਨੂੰ ਕਿ ਇਸ ਤਰ੍ਹਾਂ ਦੇ ਘਟੀਆ ਇਲਜ਼ਾਮਬਾਜ਼ੀ ਤੁਸੀਂ ਕਰੀ ਜਾਓ, ਪਰ ਉਸ ਦਾ ਪੰਜਾਬੀਆਂ ਦੇ ਉੱਤੇ, ਸਿੱਖਾਂ ਦੇ ਉੱਤੇ ਕੋਈ ਉਸ ਦਾ ਅਸਰ ਨਹੀਂ ਹੈ। ਜੀ ਦੁਪਿੰਦਰਜੀਤ ਸਿੰਘ ਜੀ, ਅੰਤ ਦੇ ਵਿੱਚ ਮੈਂ ਚਾਹੂੰਗਾ ਇਸ ਸਾਰੇ ਪਾਰਟ ਤੋਂ ਬਾਅਦ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ TV84 ਦੇ ਇਸ ਪਲੇਟਫਾਰਮ ਤੋਂ ਪਹਿਲੀ ਵਾਰ ਰੂਬਰੂ ਹੋ ਰਹੇ ਹੋ, ਸੋ ਕੋਈ ਸੰਦੇਸ਼, ਕੋਈ ਮੈਸੇਜ ਜਿਹੜਾ ਸਾਡੇ ਦਰਸ਼ਕਾਂ ਨੂੰ, ਸਿੱਖ ਕੌਮ ਨੂੰ ਦੇਣਾ ਚਾਹੋ। ਜੀ ਮੈਂ ਇਸ ਯੋਗ ਨਹੀਂ ਕਿ ਮੈਂ ਕਿਸੇ ਨੂੰ ਮੈਸੇਜ ਦੇ ਸਕਾਂ, ਪਰ ਮੈਂ ਆਪਣੇ ਵੱਲੋਂ 2 ਹੱਥ ਜੋੜ ਕੇ ਬੇਨਤੀ ਜ਼ਰੂਰ ਕਰੂੰਗਾ ਆਪਣੇ ਪੰਜਾਬੀ ਭਰਾਵਾਂ ਨੂੰ ਕਿ ਭਰਾਵੋ, ਇਹ ਜਿਹੜਾ ਅਸੀਂ ਆਜ਼ਾਦ ਪੰਜਾਬ ਦੀ ਗੱਲ ਕਰਦੇ ਆ, ਇਹ ਇਕੱਲਾ ਸਿੱਖਾਂ ਦਾ ਨਹੀਂ, ਇਹ ਪੰਜਾਬ ਵਿੱਚ ਵਸਣ ਵਾਲੇ ਹਰ ਉਸ ਬੰਦੇ ਦਾ ਆ। ਬੇਸ਼ੱਕ ਉਹ ਕਿਸੇ ਵੀ ਧਰਮ ਨਾਲ ਸੰਬੰਧ ਕਿਉਂ ਨਾ ਰੱਖਦਾ ਹੋਵੇ, ਚਾਹੇ ਹਿੰਦੂ ਹੋਵੇ, ਮੁਸਲਮਾਨ ਹੋਵੇ, ਕ੍ਰਿਸਚੀਅਨ ਹੋਵੇ, ਅੱਜ ਉਹਨਾਂ ਦੇ ਆਪਣੇ ਹੱਕ ਉੱਥੇ ਮਹਿਫੂਜ਼ ਨਹੀਂ। ਜੇ ਪੰਜਾਬ ਦਾ ਨਾਸਾ ਦੀ ਰਿਪੋਰਟ ਹੈ ਕਿ ਜਿਹੜਾ ਪੰਜਾਬ ਦਾ ਪਾਣੀ ਹੈ 3ਜੀ ਲੇਅਰ ਦਾ, ਉਹ ਵੀ ਖਤਮ ਤਕਰੀਬਨ ਹੋ ਰਿਹਾ। ਇੱਕ ਮੈਂ ਬੇਨਤੀ ਕਰੂੰਗਾ ਕਿ ਸਾਡੇ ਵੀਰ ਭੈਣ, ਸ਼ਾਇਦ ਉਹਨਾਂ ਨੇ ਫਾਈਨਲ ਅਸੌਲਟ ਨਾਂ ਦੀ ਡਾਕੂਮੈਂਟਰੀ ਦੇਖੀ ਹੋਏਗੀ ਜੋ ਪਾਣੀਆਂ ਦੇ ਉੱਤੇ ਬਣੀ ਹੈ। ਉਹ ਪਾਣੀ ਹਿੰਦੂ ਵੀਰ ਨੇ ਵੀ ਪੀਣਾ ਹੈ, ਉਹ ਪਾਣੀ ਮੁਸਲਮਾਨ ਨੇ ਵੀ ਪੀਣਾ ਹੈ। ਜੇ ਪੰਜਾਬ ਦੇ ਨਾਲ ਧੱਕਾ ਹੁੰਦਾ, ਉਸ ਦਾ ਅਸਰ ਸਾਰੇ ਵਰਗਾਂ ਤੇ ਪੈਂਦਾ, ਵਪਾਰੀ ਵਰਗ ਤੇ ਵੀ ਪੈਂਦਾ, ਕਿਸਾਨਾਂ ਤੇ ਵੀ ਪੈਂਦਾ। ਸੋ ਜੇ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਵਿੱਚੋਂ ਟੁੱਟਿਆ ਹੋਇਆ ਧਰਮਵੀਰ ਗਾਂਧੀ, ਇੱਕ ਸੱਚਾ ਹਿੰਦੂ, ਪੰਜਾਬ ਆਟੋਨਮਸ ਸਟੇਟ ਦੀ ਗੱਲ ਕਰਦਾ ਆ, ਜਿਹੜਾ ਆਨੰਦਪੁਰ ਮਤੇ ਦੀ ਗੱਲ ਕਦੇ ਸਿੱਖਾਂ ਨੇ ਚੱਕੀ ਸੀ, ਅੱਜ ਉਹੀ ਆਨੰਦਪੁਰ ਦਾ ਮਤਾ ਧਰਮਵੀਰ ਗਾਂਧੀ ਗੱਲ ਕਰਦਾ। ਜੇ ਇੱਕ ਹਿੰਦੂ ਵੀਰ ਉਹ ਗੱਲ ਕਰ ਸਕਦਾ ਹੈ ਦ੍ਰਿੜ ਕੇ, ਜਦੋਂ ਸਿੱਖ ਕਰਦੇ ਨੇ ਤਾਂ ਸਿੱਖਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਸੋ ਪੰਜਾਬੀਓ ਇਹ ਗੱਲ ਸਮਝ ਲਓ, ਅੱਜ ਇੱਕ ਹਿੰਦੂ ਵੀਰ ਵੀ ਰੌਲਾ ਪਾ ਰਿਹਾ, ਬੇਸ਼ੱਕ ਉਸ ਦੀ ਲਾਈਨ ਸਾਡੇ ਨਾਲੋਂ ਕੁਝ ਹੋਰ ਹੈ। ਅਸੀਂ ਪੂਰਨ ਆਜ਼ਾਦੀ ਦੀ ਗੱਲ ਕਰਦੇ ਆ, ਉਹ ਭਾਰਤ ਵਿੱਚ ਰਹਿ ਕੇ ਖੁਦ ਮੁਖਤਿਆਰ ਕਿੱਤੇ ਦੀ ਗੱਲ ਕਰ ਰਿਹਾ ਆ, ਜੋ ਸਾਡੇ ਕਦੀ ਬਜ਼ੁਰਗਾਂ ਨੇ ਕੀਤੀ ਸੀ। ਮੈਂ ਜ਼ਿਆਦਾ ਲੰਬਾ ਨਾ ਜਾਵਾਂ, ਸੋ ਇਸ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਅੱਜ ਭਾਰਤੀ ਜਿਹੜੇ ਉੱਥੋਂ ਦੇ ਸਿਸਟਮ ਦੇ ਵਿੱਚ ਰਹਿ ਕੇ ਲੜ ਰਹੇ ਨੇ, ਅੱਜ ਉਹ ਵੀ ਮਹਿਸੂਸ ਕਰਦੇ ਨੇ ਕਿ ਪੰਜਾਬ ਨੂੰ ਠੱਗਿਆ ਗਿਆ, ਪੰਜਾਬ ਨੂੰ ਲੁੱਟਿਆ ਗਿਆ। ਇਹਦਾ ਭਰਾਵੋ ਕੋਈ ਹੱਲ ਨਹੀਂ ਮੁਕੰਮਲ ਆਜ਼ਾਦੀ ਤੋਂ ਬਗੈਰ। ਸੋ ਆਓ ਰਲ ਕੇ ਜਿਹੜਾ ਨੌਨ ਬਾਈਂਡਿੰਗ ਰੈਫਰੈਂਡਮ 2020 ਦੇ ਵਿੱਚ ਹੋਣਾ ਆ, ਅਸੀਂ ਵੱਧ ਤੋਂ ਵੱਧ ਇਹਦੇ ਵਿੱਚ ਯੋਗਦਾਨ ਪਾਈਏ ਔਰ ਇਸ ਨੂੰ ਕਾਮਯਾਬ ਕਰਕੇ ਜੋ ਮੈਂਡੇਟ ਇਕੱਠੀ ਹੋਏਗੀ ਉਹ ਅਸੀਂ UN ਦੇ ਵਿੱਚ ਫਾਈਲ ਕਰੀਏ, ਤਾਂ ਕਿ ਆਪਣੇ ਆਜ਼ਾਦੀ ਵੱਲ ਨੂੰ ਸਾਡੇ ਵਾਧੇ ਹੋਏ ਕਦਮ ਜਿਹੜੇ ਆ ਉਹ ਕਿਤੇ ਨਾ ਕਿਤੇ ਜਾ ਕੇ ਸਾਨੂੰ ਆਜ਼ਾਦੀ ਦਾ ਰਾਹ ਖੋਲਣਗੇ। ਮੇਰੀ ਤਾਂ ਇਹੀ ਮੇਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਕਿ ਸਾਰੇ ਇਸ ਦੇ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ ਜੀ। ਦੁਪਿੰਦਰਜੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ UK ਤੋਂ 6 ਫॉर ਜਸਟਿਸ ਦੇ ਆਗੂ ਸਰਦਾਰ ਦੁਪਿੰਦਰਜੀਤ ਸਿੰਘ ਹੋਰਾਂ ਦੇ ਨਾਲੋਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ
www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਵੀ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।